ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਣਕ ਦੇ ਸਮਰਥਨ ਮੁੱਲ ਦੇ ਕੱਚ ਸੱਚ ਬਾਰੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਹਮੀਰ ਸਿੰਘ ਜੀ, ਇੱਕ ਪਾਸੇ ਦੇਸ਼ 'ਚ ਕਿਸਾਨ ਅੰਦੋਲਨ ਚੱਲ ਰਹੇ ਨੇ, ਉਸੇ ਦੌਰਾਨ ਜਿਹੜਾ ਕੇਂਦਰ ਸਰਕਾਰ ਨੇ ਹਾੜੀ ਦੀਆਂ 6 ਫਸਲਾਂ ਦਾ ਜਿਹੜਾ ਸਮਰਥਨ ਮੁੱਲ ਹੈ ਉਹਦਾ ਐਲਾਨ ਕਰ ਦਿੱਤਾ ਹੈ ਵੀ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੀ ਹੈ ਵੀ ਕਿ ਫਸਲਾਂ 'ਤੇ ਜਿਹੜਾ MSP ਹੈ ਉਹ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਪਰ ਉੱਥੇ ਹੀ ਮਾਹਿਰਾਂ ਦਾ ਇਹ ਕਹਿਣਾ ਹੈਗਾ ਵੀ ਕਿ ਇਹ ਜਿਹੜਾ ਸਾਰਾ ਕੇਂਦਰ ਸਰਕਾਰ ਹੈਗਾ ਕਿਸਾਨਾਂ ਨੂੰ ਆਪਣੀ ਗਲਤੀਆਂ ਲੁਕਾਉਣ ਲਈ ਕਰ ਰਹੀ ਹੈ ਸਾਰਾ ਕੁਝ। ਇਹਦਾ ਅਸਲ 'ਚ ਕੱਚ ਸੱਚ ਹੈ ਕੀ ਹੈ? ਅਸਲ ਦੇ ਵਿੱਚ ਇਹ ਠੀਕ ਗੱਲ ਹੈ ਕਿ ਕਿਸੇ ਵੀ ਫਸਲ ਦੀ MSP ਜਿਹੜੀ ਅਨਾਉਂਸ ਕੀਤੀ ਜਾਣੀ ਹੁੰਦੀ ਹੈ ਉਹਦੀ ਬਿਜਾਈ ਤੋਂ ਪਹਿਲਾਂ ਕੀਤੀ ਜਾਣੀ ਹੁੰਦੀ ਹੈ, ਔਰ ਇਸੇ ਕਰਕੇ ਤਾਂ ਕਿ ਕਿਸਾਨ ਨੂੰ ਇਹ ਭਰੋਸਾ ਹੋਵੇ ਕਿ ਮੇਰੀ ਇਹ ਫਸਲ ਇਸ ਰੇਟ 'ਤੇ ਚੁੱਕੀ ਜਾਣੀ ਹੈ। ਵੈਸੇ ਤਾਂ ਕਿਸਾਨ ਨਾਲ ਫਰਾਡ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਹੈ, ਕਿਉਂਕਿ ਕਣਕ ਅਤੇ ਝੋਨੇ ਤੋਂ ਬਿਨਾਂ ਬਾਕੀ ਫਸਲ ਤਾਂ ਉਸ ਰੇਟ 'ਤੇ ਚੱਕੀ ਹੋ ਨਹੀਂ ਗਈ ਕਦੇ, ਅਤੇ ਜੇ ਚੱਕੀ ਜਾਂਦੀ ਫਿਰ ਇਹਦਾ ਮਤਲਬ ਇਹਦਾ ਮਾਨਾ ਕੀ ਰਹਿ ਗਿਆ ਕਿ ਜਿਹੜੀਆਂ ਅਨਾਉਂਸ ਕਰਦੇ ਆ। ਈਵਨ ਹੁਣ ਤਾਂ ਕਿਸਾਨ ਕੋਲ ਡਰ ਇਹ ਪੈਦਾ ਹੋ ਗਿਆ ਕਿ ਕਣਕ ਅਤੇ ਝੋਨਾ ਵੀ ਚੁੱਕਿਆ ਜਾਂਦਾ ਰਹੂਗਾ ਜਾਂ ਨਹੀਂ ਜਾਂਦਾ ਰਹੂਗਾ। ਇਹਦੇ 'ਚ ਸਭ ਤੋਂ ਬੜਾ ਸਵਾਲ ਇਹ ਹੈ ਕਿ ਸਾਡੀ, ਕਿਉਂਕਿ ਪੰਜਾਬ ਦੀ ਮੁੱਖ ਫਸਲ ਕਣਕ ਹੈ, ਬਾਕੀ ਫਸਲਾਂ ਤਾਂ ਬਹੁਤ ਥੋੜ੍ਹਾ ਕਿਤੇ ਨਾ ਕਿਤੇ ਬਜਾਂਦ ਹੁੰਦੀ ਹੈ। 80% ਰਕਬੇ 'ਚ ਸਾਡੇ ਕਣਕ ਜਿਹੜੀ ਦੀ ਬਿਜਾਈ ਹੁੰਦੀ ਹੈ, ਲਗਭਗ 34 ਲੱਖ ਹੈਕਟੇਅਰ ਦੇ ਵਿੱਚ, ਔਰ ਉਹਦੇ 50 ਰੁਪਏ ਕੁਇੰਟਲ ਵਧਾਏ ਗਏ ਨੇ। ਅਤੇ 50 ਰੁਪਏ ਕੁਇੰਟਲ ਦਾ ਮਤਲਬ ਇਹ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਘੱਟ ਵਾਧਾ ਹੈ। ਔਰ ਜਦੋਂ ਜਦੋਂ ਚੋਣਾਂ ਹੁੰਦੀਆਂ ਨੇ, ਜੇਕਰ ਚੋਣਾਂ ਹੋਈਆਂ 2014 'ਚ ਉਹਦੇ ਨੇੜੇ ਆ ਕੇ 9.8% ਵਾਧਾ ਸੀ, ਅਤੇ ਫਿਰ ਚੋਣਾਂ ਹੋਈਆਂ 18-19 ਦੇ ਵਿੱਚ, ਜਦੋਂ 19 ਦੇ ਵਿੱਚ ਆਉਣੀਆਂ ਸੀ ਉਦੋਂ ਵੀ ਲਗਭਗ 7% ਦੇ ਨੇੜੇ ਵਾਧਾ। ਪਰ ਇਹ 2.6% ਵਾਧਾ ਹੈ ਕੇਵਲ, ਜਿਹੜਾ ਪਿਛਲੇ ਦੇ ਮੁਕਾਬਲੇ ਵੀ, ਔਰ ਪਹਿਲਾਂ ਹੀ ਲਗਾਤਾਰ ਘੱਟ ਹੁੰਦਾ ਰਿਹਾ। ਤਾਂ ਉਹਦੇ 'ਚੋਂ ਜੇ ਹੇਠਾਂ ਕਰਕੇ ਦੇਖੀਏ ਤਾਂ 2.6% ਹੈ। ਔਰ ਇਹ ਵਾਧੇ ਨਾਲ ਕੀ ਹੋਣਾ ਹੈ ਇਸੇ ਸਮੇਂ ਦੇ ਦੌਰਾਨ, ਜੇਕਰ ਇਹਦਾ ਆਪਾਂ ਮੁਕਾਬਲਾ ਕਰਕੇ ਦੇਖੀਏ ਥੋੜ੍ਹਾ ਬਹੁਤ ਹੀ, ਕਿ ਲੋਕਾਂ ਤੋਂ ਲਿਆ ਕਿੰਨਾ ਸਰਕਾਰ ਨੇ ਅਤੇ ਦੇ ਕੀ ਰਹੀ ਹੈ। ਜੇ ਇਕੱਲੇ ਡੀਜ਼ਲ ਦੀ ਗੱਲ ਲਾ ਲਈਏ, ਡੀਜ਼ਲ 'ਤੇ ਹੀ 12 ਰੁਪਏ ਲੀਟਰ ਦਾ ਟੈਕਸ ਵਾਧੂ ਲਾਇਆ ਜਾ ਚੁੱਕਿਆ ਹੈ ਐਸੇ ਕਰੋਨਾ ਦੇ ਦੌਰਾਨ ਅਤੇ ਇਸੇ ਸਾਰੇ ਸੈਟਅਪ ਦੇ ਦੌਰਾਨ। ਪੰਜਾਬ ਦੇ ਵਿੱਚ ਇਹ ਸਮਝਣ ਵਾਲੀ ਗੱਲ ਹੈ ਸਾਰੇ ਕਿਸਾਨਾਂ ਦੇ ਵੀ ਅਤੇ ਬਾਕੀ ਦੇ ਵੀ। ਜੇਕਰ ਸਾਨੂੰ ਇਹ ਅੰਕੜੇ ਜਾਂ ਇਹ ਚੀਜ਼ਾਂ ਆਉਣਗੀਆਂ ਤਾਂ ਸ਼ਾਇਦ ਜ਼ਿਆਦਾ ਦਲੀਲ ਨਾਲ ਅਸੀਂ ਗੱਲ ਕਰ ਸਕਾਂਗੇ। ਲਗਭਗ ਇੱਕ ਸਾਲ 'ਚ ਕਣਕ ਅਤੇ ਝੋਨੇ 'ਤੇ 80 ਲੀਟਰ ਡੀਜ਼ਲ ਜਿਹੜਾ ਹੈ ਉਹਦੀ ਖਪਤ ਹੁੰਦੀ ਹੈ, ਅਤੇ ਜੇ ਇਹ 12 ਰੁਪਏ ਲਾ ਲਓ ਤਾਂ 960 ਰੁਪਏ ਬਣਦੇ ਨੇ। ਲਗਭਗ 1000 ਰੁਪਈਆ ਪ੍ਰਤੀ ਏਕੜ ਦਾ ਟੈਕਸ ਤੁਸੀਂ ਇਹਦੇ ਵਿੱਚੋਂ ਹੀ ਵਸੂਲ ਲਿਆ, ਇਕੱਲੇ ਦੇ ਵਿੱਚੋਂ। ਉਸੇ ਨੂੰ ਇਹ 50 ਰੁਪਏ ਪੂਰੇ ਨਹੀਂ ਕਰਦੇ, ਬਾਕੀ ਤਾਂ ਦੂਰ ਦੀ ਗੱਲ ਹੈ, ਕਿਉਂਕਿ ਇਹ 50 ਰੁਪਏ ਤੋਂ ਜ਼ਿਆਦਾ ਤਾਂ ਤੁਸੀਂ ਪਹਿਲਾਂ ਹੀ ਵਸੂਲ ਲਿਆ। ਅੱਛਾ, ਜੇਕਰ ਦੇਸ਼ ਦੇ ਵੀ ਈਵਨ ਮੈਂ ਐਵਰੇਜ ਦੀ ਗੱਲ ਕਰਾਂ, ਜੇ ਐਵਰੇਜ ਡੀਜ਼ਲ ਦੀ ਖਪਤ ਦੀ ਗੱਲ ਪੂਰੇ ਦੇਸ਼ ਦੇ ਵਿੱਚ ਲਾਈਏ, ਜਿਹੜਾ ਖੇਤੀ ਖੇਤਰ 'ਚ ਲੱਗਦਾ ਹੈ ਉਹ ਲਗਭਗ 50 ਲੀਟਰ ਲੱਗਦਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਅਤੇ ਡੀਜ਼ਲ 'ਤੇ ਟੋਟਲ ਜਿਹੜਾ ਟੈਕਸ ਕਿਸਾਨਾਂ ਤੋਂ ਵਸੂਲਿਆ ਜਾ ਰਿਹਾ, ਜੇ ਇਸ ਰੂਪ ਦੇ ਵਿੱਚ ਵਸੂਲਿਆ ਜਾ ਰਿਹਾ, ਉਹ 40 ਰੁਪਏ ਹੈ ਟੈਕਸ ਦਾ। ਅਤੇ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੈ ਕਿ ਪ੍ਰਤੀ ਕਿਸਾਨ ਦੇਸ਼ ਦੇ ਵਿੱਚ ਪਰ ਏਕੜ ਦੇ ਲਿਹਾਜ਼ ਦੇ ਨਾਲ 1200 ਰੁਪਏ ਏਕੜ ਕਿਸਾਨ ਤੋਂ ਡੀਜ਼ਲ ਦੇ ਟੈਕਸ ਦੇ ਰੂਪ 'ਚ ਵਸੂਲਿਆ ਜਾ ਰਿਹਾ, 1200 ਰੁਪਏ ਪਰ ਏਕੜ। ਅਤੇ ਤੁਸੀਂ ਉਹਨੂੰ ਦੇ ਕੀ ਰਹੇ ਹੋ? ਉਦੋਂ ਬਾਅਦ ਤੁਹਾਡੇ ਸਾਹਮਣੇ ਹੈ ਕਿ ਲਗਾਤਾਰ ਰੇਟ ਘਟਾਉਂਦੇ ਜਾ ਰਹੇ ਹੋ। ਅਤੇ ਇਸੇ ਤਰ੍ਹਾਂ ਹੀ ਇਹ ਹੈ ਕਿ ਜਦੋਂ ਉਹ ਬਹੁਤ ਬੜਾ ਇੱਕ ਗੈਪ ਹੈ ਜਿਹਦੇ ਤੋਂ ਲੈ ਕੇ, ਜੇਕਰ GST ਜਿਹੜੀ ਉਦੋਂ ਬਾਅਦ ਆਈ, GST ਤੋਂ ਬਾਅਦ ਇੱਦੋਂ ਪਹਿਲਾਂ ਜਿਹੜੇ ਖਰਚੇ ਨਹੀਂ ਸੀ, ਕੀਟਨਾਸ਼ਕ ਦਾ, ਨਦੀਨਨਾਸ਼ਕ ਦਾ, ਖਾਦਾਂ 'ਤੇ, ਬਾਕੀ ਹੋਰ ਚੀਜ਼ਾਂ 'ਤੇ ਜਿਹੜੇ ਟੈਕਸ ਬਹੁਤ ਘੱਟ ਸੀ, ਪੰਜਾਬ ਵਰਗੇ ਸੂਬੇ ਦੇ ਵਿੱਚ ਕਈ ਜ਼ੀਰੋ ਟੈਕਸ ਵਾਲੇ ਸੀ, ਉਹਨੂੰ ਤੁਸੀਂ ਵਧਾ ਕੇ 12, 18 ਅਤੇ ਕੁਝ 28% ਤੱਕ ਦੇ ਟੈਕਸ ਚਲੇ ਗਏ ਨੇ। ਉਹ ਖਰਚਾ ਕਿੱਥੇ ਪਾਇਆ ਜਾਊਗਾ? ਅਤੇ ਇਸ ਕਰਕੇ ਇਹ ਜਿਹੜਾ ਸਵਾਲ ਹੈ ਕਿ ਅਸੀਂ ਬਹੁਤ ਜ਼ਿਆਦਾ ਕਿਸਾਨ ਨੂੰ ਦੇ ਰਹੇ ਹਾਂ, ਜਾਂ ਇਹਦੇ ਨਾਲ ਕਿਸਾਨ ਇਕੱਲਾ ਖੁਸ਼ ਹੋ ਜਾਏਗਾ, ਇਹਦੇ ਨਾਲ ਕੰਮ ਚੱਲਣਾ ਨਹੀਂ ਹੈ। ਔਰ ਇਹਦੇ ਨਾਲ ਦੀ ਨਾਲ ਜਿਹੜੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਹੈ, ਉਹਨੇ ਇੱਕ ਨਵੀਂ ਸਿਫਾਰਸ਼ ਲਗਾਤਾਰ ਕਰ ਰਿਹਾ ਉਹ, ਔਰ ਪਹਿਲਾਂ ਵੀ ਇਹ ਕੀਤੀ ਗਈ ਸੀ। ਪਹਿਲੇ 2 ਸਾਲ ਦੇ ਵਿੱਚ ਇੱਕ ਸਿਫਾਰਸ਼ ਕੀਤੀ ਸੀ ਕਿ 3 ਆਰਡੀਨੈਂਸ ਉਹਦਾ ਨਤੀਜਾ ਨੇ। ਹੁਣ ਉਹਨੇ ਬੜੀ ਖੁਸ਼ੀ ਪ੍ਰਗਟ ਕੀਤੀ ਹੈ, ਜਿਹੜੀ ਪੂਰੀ ਰਿਪੋਰਟ ਆਈ ਹੈ ਕਿ ਕੇਂਦਰ ਸਰਕਾਰ ਨੇ ਇਹ 3 ਬਿੱਲ ਲਿਆ ਕੇ ਤਾਂ ਕਿਸਾਨਾਂ ਦੇ 12 ਨਿਆਰੇ ਕਰਤੇ। ਮੂਹਰੇ ਉਹਦੇ ਹਾਲਾਂਕਿ ਇਹ ਲਿਖਿਆ ਹੋਇਆ ਕਿ ਕਾਰਪੋਰੇਟ
ਜਿਹੜੇ ਘਰਾੜੇ ਨੇ, ਜਿਹੜੇ ਖੁਰਾਕ ਦੇ ਖੇਤਰ 'ਚ ਆਉਣਾ ਚਾਹੁੰਦੇ ਨੇ, ਉਹਨਾਂ ਲਈ ਰਾਹ ਸਾਫ਼ ਕਰਤਾ ਤੇ ਨਾਲ ਦੂਜਾ ਐਂਡ ਫਾਰਮਰ ਕਰਤਾ ਕਿ ਫਾਰਮਰ ਦੇ ਹੋਵੋਗੇ, ਜਿਹਦੇ ਤੇ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਆ ਤੇ ਬਾਕੀ ਦੇਸ਼ ਦੇ ਵਿੱਚ ਵੀ ਇਹਦੀਆਂ ਆਵਾਜ਼ਾਂ ਉੱਠ ਰਹੀਆਂ ਨੇ। ਹੁਣ ਫਿਰ ਉਹਨੇ ਐਤਕੀ ਸਿਫਾਰਿਸ਼ ਕੀਤੀ ਹੈ ਉਸ ਵਿੱਚ ਕਿ ਓਪਨ ਐਂਡਡ ਪ੍ਰੋਕਿਉਰਮੈਂਟ ਜਿਹੜੀ ਹੈ ਇਹ ਖਤਮ ਕਰਨੀ ਚਾਹੀਦੀ ਹੈ। ਓਪਨ ਐਂਡਡ ਪ੍ਰੋਕਿਉਰਮੈਂਟ ਦਾ ਮਤਲਬ ਕੀ ਹੈ? ਓਪਨ ਐਂਡਡ ਪ੍ਰੋਕਿਉਰਮੈਂਟ ਦਾ ਮਤਲਬ ਇਹ ਹੈ ਕਿ ਜਿਹੜੀ ਕਣਕ ਤੇ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਦਾਣਾ ਦਾਣਾ ਖਰੀਦਣ ਦੀ ਗਰੰਟੀ ਕੇਂਦਰ ਸਰਕਾਰ ਦੀ ਹੈ, ਇਹਨੂੰ ਛੱਡ ਦੇਣਾ ਚਾਹੀਦਾ ਹੈ। ਕੇਵਲ ਓਨਾ ਹੀ ਖਰੀਦੋ ਜਿੰਨਾ ਤੁਹਾਡਾ ਜਨਤਕ ਵੰਡ ਪ੍ਰਣਾਲੀ ਦੇ ਵਿੱਚ ਤੁਹਾਨੂੰ ਚਾਹੀਦਾ, ਵਾਧੂ ਨੂੰ ਖੁੱਲੀ ਮੰਡੀ ਦੇ ਵਿੱਚ ਜਾਣ ਦਿਓ। ਇਹ ਸਿਫਾਰਿਸ਼ ਹੈ ਅੱਜ ਵੀ, ਜਦੋਂ ਗਵਰਨਮੈਂਟ ਕਹਿ ਰਹੀ ਹੈ ਨਾ ਇਹ ਜਾਰੀ ਰਹੂਗੀ, ਤੇ ਇਹਦਾ ਮਤਲਬ ਜੇ ਇੱਕ ਇੱਕ ਕਰਕੇ ਤੁਸੀਂ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੰਨਦੇ ਚਲੇ ਜਾ ਰਹੇ ਹੋ ਤਾਂ ਇਹ ਕੱਲ੍ਹ ਨੂੰ ਮੰਨ ਲਓਗੇ ਜਾਂ ਪਰਸੋਂ ਮੰਨ ਲਓਗੇ ਜਾਂ ਅਗਲੇ ਸਾਲ ਮੰਨ ਲਓਗੇ, ਇਹ ਵੀ ਉਧਰ ਨੂੰ ਹੀ ਇੱਕ ਰਸਤਾ ਜਾ ਰਿਹਾ। ਹਮੀਰ ਸਿੰਘ ਜੀ, ਇੱਕ ਵੱਡਾ ਸਵਾਲ ਇਹ ਵੀ ਆ ਰਿਹਾ ਵੀ ਕਿ ਕੇਂਦਰ ਸਰਕਾਰ ਵਾਰ-ਵਾਰ ਇਹ ਗੱਲ ਕਹਿ ਰਹੀ ਹੈ ਵੀ ਕਿ ਖੇਤੀ ਖੇਤਰ ਨੂੰ ਲੈ ਕੇ ਜਿਹੜੇ ਵੀ ਫੈਸਲੇ ਲਏ ਗਏ ਨੇ ਹੁਣ ਤੱਕ, ਇਹ ਸਵਾਮੀਨਾਥਨ ਦੀਆਂ ਰਿਪੋਰਟਾਂ ਦੇ ਆਧਾਰ ਤੇ ਲਏ ਗਏ ਨੇ, ਜੋ ਕਿ ਪਹਿਲਾਂ ਵੀ ਮੰਗ ਕਰਦੇ ਆ ਰਹੀਆਂ ਵੀ ਕਿ ਸਵਾਮੀਨਾਥਨ ਦੀ ਰਿਪੋਰਟ ਦੇ ਆਧਾਰ ਤੇ ਫੈਸਲੇ ਲਿੱਤੇ ਜਾਣ। ਤੇ ਵਾਕਈ ਜਿਹੜੇ ਕੇਂਦਰ ਸਰਕਾਰ ਨੇ ਫੈਸਲੇ ਲਿੱਤੇ ਹੈ, ਕੀ ਉਹ ਸਵਾਮੀਨਾਥਨ ਦੀਆਂ ਰਿਪੋਰਟਾਂ ਦੇ ਆਧਾਰ ਤੇ ਲਿੱਤੇ ਹੈ? ਇਹਦਾ ਅਸਲ ਸੱਚ ਕੀ ਹੈ? ਅਸਲ ਦੇ ਵਿੱਚ ਇਹ ਹੈ ਕਿ ਸਵਾਮੀਨਾਥਨ ਰਿਪੋਰਟ ਦੇ ਬਾਰੇ 'ਚ ਤਾਂ ਲਗਾਤਾਰ ਗੁੰਮਰਾਹ ਕੀਤਾ ਗਿਆ ਕਿਸਾਨਾਂ ਨੂੰ ਵੀ ਤੇ ਆਮ ਲੋਕਾਂ ਨੂੰ, ਦੇਸ਼ਦਿਆਂ ਨੂੰ ਵੀ। ਫਿਰ ਪਾਰਲੀਮੈਂਟ ਦੇ ਵਿੱਚ ਵੀ ਝੂਠ ਬੋਲ ਦਿੰਦੇ ਨੇ ਸਾਰੇ ਲੋਕ ਖੜ ਕੇ, ਜਿਹੜੇ ਇਹਨੂੰ ਦਾਅਵੇਦਾਰ ਕਹਿੰਦੇ ਨੇ ਕਿ ਅਸੀਂ ਉਹਨੂੰ ਉਹ ਕਰ ਰਹੇ ਹਾਂ। ਔਰ ਸਵਾਮੀਨਾਥਨ ਉਹਨਾਂ ਨੇ ਖੁਦ ਕਲੀਅਰ ਕੀਤਾ ਕਿ ਉਹਨਾਂ ਦੀ ਜਿਹੜੀ ਰਿਪੋਰਟ ਹੈ, ਰਿਪੋਰਟ 3 ਚੀਜ਼ਾਂ ਨੂੰ ਮਿਲਾ ਕੇ ਬਣਦੀ ਹੈ। ਨੰਬਰ 1, ਕਿਸਾਨ ਸਿੱਧੇ ਤੌਰ ਤੇ ਕਿਸੇ ਵੀ ਫਸਲ ਦੇ ਲਈ ਨੂੰ ਉਗਾਉਣ ਦੇ ਵਾਸਤੇ ਕੀ ਖਰਚ ਕਰਦਾ ਹੈ, ਉਹਨੂੰ ਕਹਿੰਦੇ ਨੇ A2। ਤੇ ਦੂਜੀ ਫਿਰ ਉਹਦੀ ਫੈਮਿਲੀ ਦੀ ਮਿਹਨਤ ਕਿੰਨੀ ਲੱਗਦੀ ਹੈ, ਪਰਿਵਾਰ ਦਾ ਲੇਬਰ ਕਿੰਨੀ ਲੱਗਦੀ ਹੈ ਤੇ ਉਹਦੀ ਵੈਲਿਊ। ਤੀਜੀ ਗੱਲ ਇਹ ਹੈ ਕਿ ਜਿਹੜਾ ਕਿਸਾਨ ਦਾ ਆਪਣੀ ਜ਼ਮੀਨ ਦਾ ਠੇਕਾ ਹੈ, ਜੇ ਉਹ ਠੇਕੇ ਤੇ ਦੇਵੇ ਫਿਰ ਵੀ ਤਾਂ ਉਹਨੂੰ ਪੈਸੇ ਮਿਲਣ ਨਾ, ਉਹਦਾ ਵੀ ਹੈ ਇੱਕ। ਦੂਜੀ ਗੱਲ, ਕਿਸਾਨ ਜਿਹੜਾ ਹੋਰ ਪੂੰਜੀਗਤ ਪੈਸੇ ਖਰਚ ਕਰਦਾ, ਮੰਨ ਲਓ ਪੰਜਾਬ ਵਰਗੇ ਸੂਬੇ ਨੇ, ਪੰਜਾਬ ਵਰਗੇ ਸੂਬੇ 'ਚ ਪਾਣੀ ਇੰਨਾ ਡੂੰਘਾ ਚਲਾ ਗਿਆ, ਇੱਕ ਬੋਰ ਕਰਨ ਦੇ ਉੱਤੇ 2 ਤੋਂ 3 ਲੱਖ ਰੁਪਇਆ ਲੱਗਦਾ, ਫਿਰ ਉਹਦੀ ਮੋਟਰ ਵੱਡੀ ਪਾਉਣੀ ਪੈਂਦੀ ਹੈ। ਇਹਨੂੰ ਕੈਪੀਟਲ ਇਨਵੈਸਟਮੈਂਟ ਅਸੀਂ ਕਹਿੰਦੇ ਹਾਂ, ਪੂੰਜੀ ਦਾ ਖਰਚਾ ਵੱਧਦਾ ਹੈ। ਉਹਦੇ ਤੇ ਜਿਹੜਾ ਵਿਆਜ ਹੈ, ਉਹ ਵਿਆਜ ਵੀ ਉਹਦੇ 'ਚ ਸ਼ਾਮਲ ਕਰਨਾ ਪੈਂਦਾ, ਜਿਹਨੂੰ ਕਹਿੰਦੇ ਆ C2 ਕਾਸਟ। C2 ਇਹਨਾਂ ਨੇ ਛੱਡ ਹੀ ਰੱਖੀ ਹੈ ਬਿਲਕੁਲ ਹੀ। ਤੇ ਇਹ ਕਹਿ ਰਹੇ ਨੇ ਕਿ ਅਸੀਂ ਇਸ ਲਈ 50% ਤੋਂ ਜ਼ਿਆਦਾ ਜੋੜ ਕੇ ਦੇਤਾ ਜੀ ਲਾਗਤ ਪੁਰਾਣੀ। ਇਹ ਫਰਾਡ ਹੈ। ਹਾਲਾਂਕਿ ਇਸੇ ਗੱਲ ਲਈ ਜਿਹੜੇ ਨੀਤੀ ਆਯੋਗ ਦੇ ਵਿੱਚ ਜਿਹੜਾ ਮੋਦੀ ਸਰਕਾਰ ਨੇ ਸਭ ਤੋਂ ਬੜਾ ਨੀਤੀ ਘਾੜਿਆਂ ਦਾ ਇੱਕ ਗਰੁੱਪ ਬਣਾਇਆ ਕਹਿੰਦੇ ਨੇ, ਉਹਦੇ ਵਿੱਚ ਇੱਕ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਮੈਂਬਰ ਹੈ ਰਮੇਸ਼ ਚੰਦ ਦੀ ਅਗਵਾਈ 'ਚ ਇੱਕ ਕਮੇਟੀ ਬਣੀ ਸੀ, ਜਿਹੜੀ ਕਮੇਟੀ ਨੇ ਤਾਂ ਮਤਲਬ ਇਹ ਤਿੰਨੇ ਗੱਲਾਂ ਤੋਂ ਬਿਨਾਂ ਵੀ ਕਿਸਾਨ ਦੇ ਲਈ ਇੱਕ C3 ਲਾਗੂ ਕਰਤਾ ਸੀ ਕਿ ਉਹ ਵੀ ਕਿਸਾਨ ਨੂੰ ਜੇ ਦਿੱਤੀ ਜਾਂਦੀ ਹੈ ਤਾਂ ਕਿਸਾਨ ਦਾ ਗੁਜ਼ਾਰਾ ਹੁੰਦਾ। ਉਹਦੇ 'ਚ ਇੱਕ ਸਭ ਤੋਂ ਬੜੀ ਖੂਬਸੂਰਤ ਗੱਲ ਇਹ ਸੀ ਕਿ ਕਿਸਾਨ ਨੂੰ ਘੱਟੋ ਘੱਟ ਤੁਸੀਂ ਟ੍ਰੇਨਡ ਵਿਅਕਤੀ ਮੰਨੋ, ਸਿਖਲਾਈ ਯਾਫਤਾ ਬੰਦਾ ਮੰਨੋ, ਹੁਨਰਮੰਦ ਮੰਨੋ। ਅਜੇ ਤੱਕ ਇਹ ਅਜੀਬ ਦੇਸ਼ ਹੈ ਜਿੱਥੇ ਕਿਸਾਨ ਨੂੰ ਹੁਨਰਮੰਦ ਕਾਮਾ ਹੀ ਨਹੀਂ ਮੰਨਿਆ ਜਾਂਦਾ, ਕਿਰਤੀਓ ਨਹੀਂ ਮੰਨਿਆ ਜਾਂਦਾ। ਉਹ ਲੇਮੈਨ ਹੈ, ਕਹਿੰਦੇ ਨੇ ਉਹ ਗੈਰ ਹੁਨਰਮੰਦ ਕੰਮ ਹੈ। ਜਿਹੜੇ ਬੰਦੇ ਉਹਨੂੰ ਗੈਰ ਹੁਨਰਮੰਦ ਮੰਨਦੇ ਨੇ ਉਹ ਆ ਕੇ ਖੇਤੀ ਕਰਕੇ ਦਿਖਾ ਦੇਣ। ਜੇਕਰ ਉਹਨਾਂ 'ਚ ਗੈਰ ਹੁਨਰਮੰਦ ਬੰਦਾ ਇਹ ਖੇਤੀ ਕਰ ਸਕਦਾ ਹੁੰਦਾ ਤਾਂ ਸਾਹਮਣੇ ਆ ਜਾਏਗਾ। ਔਰ ਕਿਉਂ ਪੰਜਾਬ ਦਾ ਕਿਸਾਨ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਝਾੜ ਦੇ ਰਿਹਾ। ਅਸੀਂ 6.5 ਟਨ ਝੋਨਾ ਪ੍ਰਤੀ ਹੈਕਟੇਅਰ ਤੇ 5.5 ਟਨ ਕਣਕ ਪ੍ਰਤੀ ਹੈਕਟੇਅਰ ਦਾ ਝਾੜ ਪੰਜਾਬ ਦਾ ਕਿਸਾਨ ਕੱਢਦਾ ਹੈ, ਜਿਹੜਾ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ। ਤੇ ਉਹਨੂੰ ਤੁਸੀਂ ਹੁਨਰਮੰਦ ਮੰਨਣ ਲਈ ਤਿਆਰ ਨਹੀਂ, ਬਲਕਿ ਉਹ ਜਿਹੜੀ ਰਿਪੋਰਟ ਹੈ ਜਿਹੜੀ ਅੰਡਰ ਕੰਸੀਡਰੇਸ਼ਨ ਕਹਿੰਦੇ ਨੇ ਹੈਗੀ ਆ, ਉਹਨੂੰ ਵੀ ਸ਼ਾਮਲ ਕਰਨਾ ਚਾਹੀਦਾ। ਤੁਸੀਂ ਤਾਂ ਅੱਧੇ ਦੇ ਨੇੜੇ ਵੀ ਨਹੀਂ ਜਾ ਰਹੇ ਤੇ ਇਹਨੂੰ ਤੁਸੀਂ ਸਵਾਮੀਨਾਥਨ ਦੇ ਨਾਂ ਤੇ ਬਾਰ-ਬਾਰ ਕਹਿ ਰਹੇ ਹੋ। ਔਰ ਇਹ ਸੱਚ ਇੱਥੋਂ ਵੀ ਜਾਣਨਾ ਚਾਹੀਦਾ ਕਿਉਂਕਿ ਜਦੋਂ ਮੋਦੀ ਸਰਕਾਰ ਨੇ 2014 ਦੇ ਮੈਨੀਫੈਸਟੋ ਦੇ ਵਿੱਚ BJP ਦੇ 'ਚ ਪਾਇਆ ਸੀ ਕਿ ਸਵਾਮੀਨਾਥਨ ਲਾਗੂ ਕਰਾਂਗੇ, ਜਦ ਸੁਪਰੀਮ ਕੋਰਟ ਦੇ ਵਿੱਚ PIL ਚਲੀ ਗਈ ਤਾਂ ਸਰਕਾਰ ਨੇ ਹਲਫਨਾਮਾ ਦਿੱਤਾ ਕਿ ਇਹ ਲਾਗੂ ਹੋ ਨਹੀਂ ਸਕਦੀ। ਇਹਨੂੰ ਲਾਗੂ ਕਰਨ ਦਾ ਮਤਲਬ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਮਹਿੰਗਾਈ ਵੱਧ ਜਾਊਗੀ। ਪਰ ਚੋਣਾਂ ਦੇ ਨੇੜੇ ਆ ਕੇ ਤੁਸੀਂ ਕਹਿਣ ਲੱਗ ਗਏ ਅਸੀਂ ਲਾਗੂ ਕਰਤੀ ਸਾਰਾ ਕੁਝ। ਉਹਨੂੰ ਲਾਗੂ ਕਰਨ ਲਈ ਕਦੇ ਕਿਸਾਨਾਂ ਨਾਲ ਗੱਲ ਕੀਤੀ, ਕਦੇ ਮਹਾਰਾਜ ਨਾਲ ਉਸ ਰੂਪ 'ਚ ਗੱਲ ਕੀਤੀ, ਕਦੇ ਉਹਨਾਂ ਨੂੰ ਜਚਾਇਆ ਕਿਵੇਂ ਲਾਗੂ ਕਰਤੀ। ਇਸ ਕਰਕੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਗੁੰਮਰਾਹਕੁਨ ਗੱਲ ਹੈ। ਜਿੰਨੀ ਤੁਸੀਂ ਕਹਿ ਦਿਓ, ਤੁਸੀਂ ਕੋਈ ਵੀ ਸਵਾਮੀਨਾਥਨ ਨਹੀਂ ਅਸੀਂ ਲਾਗੂ ਕਰ ਸਕੇ, ਪਰ ਅਸੀਂ ਇੰਨੀ ਕੀਤੀ ਹੈ ਤਾਂ ਕਿ ਮੰਨਿਆ ਜਾ ਸਕੇ।
ਤੁਸੀਂ ਜਿਹੜਾ ਤੁਹਾਡਾ ਝੂਠ ਹੈ ਉਹ ਹਰ ਮੰਚ ਤੇ ਤਾਂ ਨਾ ਬੋਲੋ ਨਾ। ਹਰ ਮੰਚ ਤੇ ਬੋਲਣ ਦਾ ਮਤਲਬ ਹੈ ਫਿਰ ਤੁਹਾਡਾ ਭਰੋਸਾ ਟੁੱਟਦਾ ਤੇ ਕਿਸਾਨ ਭਰੋਸਾ ਕਿਉਂ ਕਰੂਗਾ। ਇੱਕ ਹਮੀਰ ਸਿੰਘ ਜੀ ਹੋਰ ਵੀ ਗੱਲ ਇਹ ਆ ਰਹੀ ਹੈ ਵੀ ਇਹ ਕੇਂਦਰ ਸਰਕਾਰ MSP ਜਾਰੀ ਰੱਖਣ ਦੇ ਕਿਸਾਨਾਂ ਨੂੰ ਬਾਰ-ਬਾਰ ਭਰੋਸਾ ਦਿਵਾਉਣ ਦੀ ਕੋਸ਼ਿਸ਼ਾਂ ਤਾਂ ਬਹੁਤ ਕਰ ਰਹੀ ਹੈ, ਜਿਸ ਲਈ ਉਸਨੇ ਇਹ ਕਣਕ ਦਾ ਸਮਰਥਨ ਮੁੱਲ ਵੀ ਜਿਹੜਾ ਹੈਗਾ ਇਸ ਅੰਦੋਲਨਾਂ ਦੇ ਸਮੇਂ ਦੇ ਵਿੱਚ ਜਾਰੀ ਕੀਤਾ। ਤੁਹਾਨੂੰ ਲੱਗਦਾ ਹੈ ਵੀ ਕਿ ਇਹ ਜਿਹੜਾ ਸਮਰਥਨ ਮੁੱਲ ਹੈ ਜਾਂ MSP ਜਾਰੀ ਕੀਤੀ ਹੈ ਇਹਦਾ ਕਿਸਾਨਾਂ ਨੂੰ ਕੋਈ ਲਾਭ ਮਿਲ ਸਕੇਗਾ ਜਾਂ ਹਲੇ ਵੀ ਕੋਈ ਗੁੰਜਾਇਸ਼ ਦੀ ਜਿਹੜੀ ਹੈਗੀ ਹੈ ਲੋੜ ਹੈਗੀ ਹੈ? ਤੇ ਉਹਦੇ ਚ ਤਾਂ ਦੇਖੋ ਜਿਹੜਾ ਇਹੀ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਹੈ ਉਹ ਕਹਿੰਦਾ ਸਾਡੇ ਕੋਲ 3 ਗੁਣਾ ਅਨਾਜ ਭੰਡਾਰ ਪਿਆ। ਐਤਕੀ ਜਿਹੜੀ ਅੱਜ ਇਹ ਜਾਰੀ ਰਿਪੋਰਟ ਆ ਉਹਦੇ ਨਾਲ ਹੀ ਜੁੜੀ ਹੋਈ ਰਿਪੋਰਟ ਹੈ। ਉਹ ਕਹਿੰਦੇ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ। ਖੁੱਲੀ ਮੰਡੀ 'ਚ ਵੇਚਣ ਦਾ ਸਰਕਾਰ ਨੇ ਫੈਸਲਾ ਕੀਤਾ ਸੀ, 15 ਮਿਲੀਅਨ ਟਨ ਦਾ ਵੇਚਣਾ ਸੀ ਉਹਨਾਂ ਨੇ ਖੁੱਲੀ ਮੰਡੀ 'ਚ। ਜਿਹੜੀ ਰਿਜ਼ਰਵ ਪ੍ਰਾਈਸ ਰੱਖੀ ਸੀ ਉਹਦੇ ਲਈ ਵੀ ਗਾਹਕ ਨਹੀਂ ਆਇਆ। ਉਹ ਕਹਿੰਦੇ 3.5 ਮਿਲੀਅਨ ਟਨ ਹੀ ਵੇਚਿਆ ਜਾ ਸਕਿਆ। ਜੇ ਸਰਕਾਰ ਤੋਂ ਰਿਜ਼ਰਵ ਪ੍ਰਾਈਸ ਤੇ ਵੀ ਉਹ ਕਣਕ ਵੇਚੀ ਨਹੀਂ ਜਾ ਰਹੀ, ਕਿਸਾਨ ਨੂੰ ਕਹਿੰਦੇ ਨੇ ਤੂੰ ਖੁੱਲੀ ਮੰਡੀ 'ਚ ਵੇਚ ਦੇ, ਤਾਂ ਇਹ ਤਾਂ ਦੋਨਾਂ ਧਿਰਾਂ ਨੂੰ ਦੇਖਣਾ ਚਾਹੀਦਾ ਨਾ ਕਿ ਤੁਸੀਂ ਰਿਜ਼ਰਵ ਪ੍ਰਾਈਸ ਤੇ ਵੀ ਕੋਈ ਖਰੀਦਣ ਨੂੰ ਤਿਆਰ ਨਹੀਂ, ਕਿਸਾਨ ਨੂੰ ਖੁੱਲੀ ਮੰਡੀ ਦੇ ਸਹਾਰੇ ਛੱਡ ਰਹੇ ਹੋ ਤੁਸੀਂ। ਔਰ ਇਹ MSP ਉਸ ਤਰੀਕੇ ਦੇ ਨਾਲ ਕਿਵੇਂ ਰਹਿ ਸਕਦੀ ਹੈ। ਦੂਜੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਤੁਸੀਂ ਕਹਿ ਹੀ ਰਹੇ ਹੋ ਕਿ ਇਹ MSP ਉਸ ਪੱਧਰ ਦੇ ਉੱਤੇ ਜਾਰੀ ਰਹੂਗੀ। ਔਰ ਇਸ MSP ਦੇ ਜਿਹੜੇ ਬਾਕੀ ਦੀਆਂ ਫਸਲਾਂ ਨੇ, ਜਿੰਨੀਆਂ 5 ਫਸਲਾਂ ਦੂਜੀਆਂ ਵੀ ਨੇ, ਚਾਹੇ ਉਹ ਚਣੇ ਨੇ, ਚਾਹੇ ਉਹ ਮਸਰ ਹੈ, ਚਾਹੇ ਉਹ ਸਰੋਂ ਦਾ ਤੇਲ ਹੈ, ਚਾਹੇ ਉਹ ਮੱਕੀ ਹੈ, ਜਿਹੜੇ ਵੀ ਬਾਕੀ ਦੀਆਂ ਨੇ, ਉਹ ਤਾਂ ਸਭ ਦੇ ਸਾਹਮਣੇ ਦਿਖਾਈ ਦੇ ਰਿਹਾ ਕਿ ਉਸ MSP ਦਾ ਤਾਂ ਤੁਸੀਂ 500 ਰੁਪਏ ਕੁਇੰਟਲ ਭਾਅ ਵਧਾ ਦਿਓ, 5000 ਕੁਇੰਟਲ ਵਧਾ ਦਿਓ, ਜਦ ਫਰਕ ਹੀ ਨਹੀਂ ਪੈਣਾ, ਜਦ ਉਹਦਾ ਖਰੀਦਦਾਰ ਹੀ ਕੋਈ ਨਹੀਂ ਮੰਡੀ ਦੇ ਵਿੱਚ, ਤੇ ਤਾਂ ਫਿਰ ਉਹ ਵਧਾਏ ਦਾ ਜਾਂ ਉਹ ਐਲਾਨ ਕੀਤੇ ਦਾ ਮਤਲਬ ਕੀ ਹੈ। ਤੁਸੀਂ ਲੋਕਾਂ ਨਾਲ ਇੱਕ ਕੰਟਰੈਕਟ ਕਰਕੇ ਜ਼ੁਬਾਨੀ ਕੰਟਰੈਕਟ ਤੋੜਦੇ ਹੋ। ਗਵਰਨਮੈਂਟ ਦਾ ਇਹ ਵਾਅਦਾ ਹੈ ਕਿ ਆਹ ਰੇਟ ਅਸੀਂ ਤੁਹਾਨੂੰ ਦੇਣ ਦੀ ਗੱਲ ਕਰਦੇ ਹਾਂ, ਉਹ ਰੇਟ ਜੇ ਆਨਰ ਨਾ ਹੋਵੇ, ਉਹਦੀ ਇੱਜ਼ਤ ਨਾ ਹੋਵੇ, ਉਹ ਲਾਗੂ ਨਾ ਹੋਵੇ, ਤਾਂ ਸ਼ਰੇਆਮ ਗਵਰਨਮੈਂਟ ਦੇ ਐਲਾਨੇ ਗਏ ਪਾਲਿਸੀ ਦੀ ਅਵਗਿਆ ਹੋ ਰਹੀ ਹੈ ਤੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਕਿਸਾਨਾਂ ਦਾ। ਤੇ ਇਹਦੇ ਲਈ ਗਵਰਨਮੈਂਟ ਵੀ ਮੰਨਣ ਲਈ ਤਿਆਰ ਨਹੀਂ, ਲਾਗੂ ਕਰਨ ਵਾਲਾ ਵੀ ਮੰਨਣ ਲਈ ਤਿਆਰ ਨਹੀਂ ਹੈ, ਤਾਂ ਆਮ ਬੰਦੇ ਤਾਂ ਫਿਰ ਉਹਦੇ 'ਚ ਮਤਲਬ ਖਤਾ ਖਾਂਦੇ ਹੀ ਨੇ। ਬਿਲਕੁਲ ਜੀ। ਇੱਕ ਜੇ ਆਪਾਂ ਗੱਲ ਕਰੀਏ ਇਹ MSP ਇਹਨਾਂ ਨੇ ਜਾਰੀ ਕਰਤਾ, ਇਸ ਤੋਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ, ਪੰਜਾਬੀ ਟ੍ਰਿਬਿਊਨ 'ਚ ਆਪਣੇ 'ਚ ਖਬਰਾਂ ਵੀ ਲੱਗਦੀਆਂ ਰਹੀਆਂ ਵੀ ਕਿ ਮੱਕੀ ਦਾ ਸਮਰਥਨ ਮੁੱਲ ਦੀ ਗੱਲ ਕਰ ਲਈਏ, ਕਪਾਹ ਦੀ ਗੱਲ ਕਰ ਲਈਏ ਵੀ ਕਿ ਉਹਨਾਂ ਦੇ ਜੋ MSP ਜਾਰੀ ਕੀਤੀਆਂ ਸੀ ਉਹਨਾਂ ਨਾਲੋਂ ਕਾਫੀ ਘੱਟ ਰੇਟਾਂ 'ਤੇ ਜਿਹੜੀਆਂ ਇਸ ਟਾਈਮ ਵਿਕਣ ਰਹੀਆਂ ਫਸਲਾਂ ਮੰਡੀਆਂ ਦੇ ਵਿੱਚ, ਉਸ ਨੂੰ ਲੈ ਕੇ ਕਿਸੇ ਵੀ ਸਰਕਾਰ ਵੱਲੋਂ, ਹਲੇ ਸਰਕਾਰ ਦੇ ਨੁਮਾਇੰਦੇ ਵੱਲੋਂ ਕੋਈ ਗੱਲ ਨਹੀਂ ਚੁੱਕੀ ਗਈ। ਉਸ ਨੂੰ ਕਿਵੇਂ ਦੇਖਿਆ ਜਾਵੇ? ਬਿਲਕੁਲ ਨਹੀਂ, ਸਰਕਾਰ ਉਹਦੀ ਤਾਂ ਗਰੰਟੀ ਉਹ ਨਹੀਂ ਕਰ ਰਹੀ ਕਿ ਦੂਸਰਿਆਂ ਦੇ ਵੀ, ਉਹ ਤਾਂ ਇਹਦੇ ਤੋਂ ਵੀ ਇਹਦਾ ਤੇ ਯਕੀਨ ਦਿਵਾ ਰਹੀ ਹੈ ਕਣਕ ਝੋਨਾ ਜਾਰੀ ਰਹੂਗਾ, ਹਾਲਾਂਕਿ ਉਹਦੇ ਤੇ ਵੀ ਪੂਰਾ ਯਕੀਨ ਨਹੀਂ ਹੈ। ਪਰ ਇੱਕ ਹੋਰ ਖਤਰਾ ਜਿਹੜਾ ਕਿਸਾਨਾਂ ਨੂੰ ਆ ਰਿਹਾ ਹੈ, ਮਤਲਬ ਫਰਟੀਲਾਈਜ਼ਰ ਦੇ ਰੂਪ ਦੇ ਵਿੱਚ, ਖਾਦ ਦੇ ਰੂਪ ਦੇ ਵਿੱਚ, ਇਸੇ ਨੀਤੀ ਦੇ ਵਿੱਚ, ਇਸੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਨੇ ਇਹ ਕਿਹਾ ਕਿ ਜਿਹੜੀ ਖਾਦ ਸਪਲਾਈ ਕਰਨ ਦੀ ਪਾਲਿਸੀ ਨੂੰ ਰਿਵਿਊ ਕਰੋ, ਉਹਦੇ 'ਚ ਬਦਲੋ। ਉਹ ਪਾਲਿਸੀ ਕੀ ਕਹਿ ਰਹੀ ਹੈ? ਉਹ ਪਾਲਿਸੀ ਇਹ ਕਹਿ ਰਹੀ ਹੈ ਕਿ ਕਿਉਂਕਿ ਦੇਸ਼ ਦੇ ਵਿੱਚ ਐਵਰੇਜ ਜਿਹੜਾ ਲੈਂਡ ਹੋਲਡਿੰਗ ਹੈ, ਜਿਹੜਾ ਖੇਤ ਹੈ, 1.08 ਹੈਕਟੇਅਰ ਹੈ ਔਸਤਨ। ਇਸ ਕਰਕੇ ਜਿਹੜੀ ਹੁਣ ਵਾਲਾ ਤਰੀਕੇ ਦੇ ਨਾਲ ਸਬਸਿਡੀ ਮਿਲਦੀ ਹੈ ਇਹ ਬੰਦ ਕਰ ਦਿਓ। ਕਿਸਾਨ ਦੇ ਖਾਤੇ ਦੇ ਵਿੱਚ, ਹਰ ਕਿਸਾਨ ਦੇ, ਇਹਨੂੰ ਆਧਾਰ ਮੰਨ ਕੇ ਕਿ 1 ਹੈਕਟੇਅਰ ਨੂੰ ਅਸੀਂ ਦੇਣਾ ਹੈ, ਹਰ ਕਿਸਾਨ ਦੇ ਖਾਤੇ 2500 ਰੁਪਏ ਦੀਆਂ 2 ਕਿਸ਼ਤਾਂ ਸਾਲ ਦੀਆਂ ਉਹਦੇ ਖਾਤੇ 'ਚ ਪਾ ਦਿਆ ਕਰੋ। ਇਹਦੇ ਨਾਲ ਪੰਜਾਬ ਦੇ ਕਿਸਾਨ ਦਾ ਕੀ ਹੋਣਾ ਹੈ? ਪੰਜਾਬ ਦੇ ਵਿੱਚ ਜਿੰਨਾ ਟੋਟਲ ਦੇਸ਼ ਦੇ ਵਿੱਚ ਖਾਦ ਵਰਤੀ ਜਾਂਦੀ ਹੈ, ਯੂਰੀਆ ਖਾਸ ਤੌਰ ਦੇ ਉੱਤੇ, ਉਹਦਾ 6.25%, 6.25% ਤੋਂ ਜ਼ਿਆਦਾ ਖਪਤ ਇਕੱਲੇ ਪੰਜਾਬ ਦੇ ਵਿੱਚ ਹੈ। ਤੇ ਇਹਦਾ ਮਾਨਾ ਕੀ ਹੈ ਪੈਸੇ ਦੇ ਰੂਪ ਦੇ ਵਿੱਚ? ਇਹਦਾ ਪੈਸੇ ਦੇ ਰੂਪ 'ਚ ਇਹ ਅਰਥ ਹੈ ਕਿ ਪੰਜਾਬ ਦੇ ਕਿਸਾਨ ਦਾ ਲਗਭਗ 10,000 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਫਰਟੀਲਾਈਜ਼ਰ ਤੇ ਸਬਸਿਡੀ ਦੇ ਵਿੱਚ ਉਹਨੂੰ ਮਿਲਦਾ ਹੈ। ਔਰ ਜੇਕਰ ਇਹ ਲਾਗੂ ਹੋ ਗਿਆ, ਹੁਣ ਕਿਤੇ 1 ਥੈਲਾ ਪੈਂਦਾ, ਕਿਤੇ 2 ਥੈਲੇ ਪੈਂਦੇ ਨੇ, ਕਿਤੇ 4 ਥੈਲੇ ਪੈਂਦੇ ਨੇ, ਅਸੀਂ ਇੰਨੀ 2% ਰਕਬੇ 'ਚ 6.5% ਦੇ ਕਰੀਬ ਖਪਤ ਕਰਦੇ ਹਾਂ, ਮਤਲਬ ਸਬਸਿਡੀ ਰੇਟ ਤੁਸੀਂ ਬਰਾਬਰ ਵੰਡ ਦੋਗੇ, ਤਾਂ ਇੱਥੇ ਲਗਭਗ 50% ਜਾਂ ਅੱਧਾ ਖਰਚਾ ਹੋਰ ਵੱਧ ਜੂਗਾ ਕਿਸਾਨਾਂ ਦਾ। 5000 ਰੁਪਏ ਦੇ ਮੰਗ ਪ੍ਰਤੀ ਹੈਕਟੇਅਰ ਦੇ ਲਿਹਾਜ਼ ਦੇ ਨਾਲ ਕਿਸਾਨਾਂ ਨੂੰ ਜੇਬ 'ਚੋਂ ਖਰਚ ਕਰਨਾ ਪਊਗਾ। ਔਰ ਜਿਹੜੀ ਇਹ ਖਾਦ ਨੀਤੀ ਜੇਕਰ ਇਸੇ ਢੰਗ ਨਾਲ ਨਹੀਂ, ਤੇ ਜਿਹੜਾ ਪਹਿਲਾਂ ਹੀ ਪੰਜਾਬ ਦਾ ਫਾਰਮਰ ਮਰ ਰਿਹਾ, ਖੁਦਕੁਸ਼ੀਆਂ ਕਰ ਰਿਹਾ, ਜਾਂ ਬਾਕੀ ਦੇ ਲੋਕ ਜਿਸ ਸੰਕਟ 'ਚੋਂ ਗੁਜ਼ਰ ਰਹੇ ਨੇ, ਤਾਂ ਇਹ ਖਾਦ ਸਬਸਿਡੀ ਆਉਣ ਵਾਲੇ ਦਿਨਾਂ 'ਚ ਇੱਕ ਨਵਾਂ ਹਮਲਾ ਹੋਏਗਾ ਕਿ
ਜੇਕਰ ਇਹਨੂੰ ਉਸੇ ਤਰੀਕੇ ਨਾਲ ਮੰਨ ਰਿਹਾ ਜਾਂਦਾ ਹੈ ਜਿਵੇਂ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਕਹਿੰਦਾ ਹੈ, ਤੇ ਜਿਵੇਂ ਸਰਕਾਰ ਉਹਦੀਆਂ ਗੱਲਾਂ ਮੰਨਦੀ ਜਾਂਦੀ ਹੈ, ਇਹ ਇੱਕ ਹੋਰ ਨਵਾਂ ਬੋਝ ਪੈਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।